तो गुरु गोविंद सिंह जी ने तो खुद गोविंद रामायण लिखी है। अलग अलग रामायणों में तो गुरु गोविंद सिंह जी ने तो खुद गोविंद रामायण लिखी है। ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਕਿ ਜੇ ਤੈਨੂੰ ਚੌਰਿਆ ਇੰਨਾ ਹੀ ਸ਼ੌਂਕ ਹੈ ਤੈਨੂੰ ਛੈਣੇ ਵਜਾਉਣ ਦਾ ਤੇ ਸਿਰ ਤੋਂ ਪੱਗ ਲਾ ਦੇ, ਠੀਕ ਆ, ਆ ਕਟਵਾ ਦੇ ਮੇਰੇ ਵੀਰੇ, ਦਾੜੀ ਤੋਂ ਕਟਵਾ ਦੇ ਤੇ ਤੂੰ ਚੁੱਪ ਕਰਕੇ ਹਿੰਦੂ ਭਰਾਵਾਂ ਦੇ ਨਾਲ ਰਲ ਜਾ, ਮੰਦਰ ਦਾ ਕਿਤੇ ਪੁਜਾਰੀ ਬਣ ਜਾ, ਸਾਨੂੰ ਕੀ ਇਤਰਾਜ਼ ਆ। ਕਿਹੋ ਜਿਹੇ ਬੰਦਿਆਂ ਨੂੰ ਅਕਾਲ ਤਖਤ ਬੁਲਾ ਕੇ ਮੈਂ ਕਹਿੰਦਾ ਨੇ ਕੋੜੇ ਮਾਰੋ ਕਰ, ਇਹਨਾਂ ਨੂੰ ਤਲਬ ਕਰੋ, ਇਹੋ ਜਿਹੇ ਬੰਦਿਆਂ ਨੂੰ, ਇਹਨਾਂ ਨੂੰ ਮੈਂ ਕਹਿੰਦਾ ਕਿ ਸਿੱਖੀ ਦੇ ਵਿੱਚੋਂ ਬਾਹਰ ਕੱਢੋ ਇਹਨਾਂ ਨੂੰ। ਕਾਨਪੁਰ ਦੀ ਸੰਗਤ ਹੈ, ਮੈਂ ਤਾਂ ਕਹਿੰਦਾ ਇਹੋ ਜਿਹੇ ਬੰਦੇ ਨੂੰ ਫੜ ਕੇ ਨਾ ਇਹਦਾ ਮੂੰਹ ਕਾਲਾ ਕਰੋ, ਇਹਨਾਂ ਨੂੰ ਛਤਰੌਲ ਮੈਂ ਕਹਿੰਦਾ ਤਰੀਕੇ ਨਾਲ। ਸਾਨੂੰ ਕਿਤੇ ਇੰਨੀ ਕੁ ਕਿਤੇ ਬਖਸ਼ਿਆ ਹੁੰਦਾ ਕਿ ਸਾਡੇ ਕੋਲ ਰੁਤਬਾ ਕੋਈ, ਤੇ ਇਹਨੂੰ ਮੈਂ ਵੀ ਕਾਣਾ ਕਹਿ ਕੇ ਸੰਬੋਧਨ ਕਰਦਾ। ਅਯੋਧਿਆ ਵਿਖੇ ਰਾਮ ਮੰਦਿਰ ਦੇ ਨਿਰਮਾਣ ਵਾਸਤੇ ਭੂਮੀ ਪੂਜਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਦੇਸ਼ ਦੇ ਹਰ ਕੋਨੇ ਵਿੱਚ ਜਸ਼ਨ ਮਨਾ ਕੇ ਇਹ ਦਿਨ ਮਨਾਇਆ ਗਿਆ। ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਇੱਕ ਬਿਆਨ ਕਾਫੀ ਵਾਇਰਲ ਹੋ ਰਿਹਾ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਗੋਬਿੰਦ ਰਾਮਾਇਣ ਵੀ ਲਿਖੀ ਹੈ, ਜਿਸ ਦਾ ਸਿੱਖ ਜਥੇਬੰਦੀਆਂ ਡਟ ਕੇ ਵਿਰੋਧ ਜਤਾ ਰਹੀਆਂ ਨੇ। तो गुरु गोविंद सिंह जी ने तो खुद गोविंद रामायण लिखी है। अलग अलग रामायणों में तो गुरु गोविंद सिंह जी ने तो खुद गोविंद रामायण लिखी है। ਉੱਥੇ ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਬਾਅਦ ਜਥੇਦਾਰ ਇਕਬਾਲ ਸਿੰਘ ਵੱਲੋਂ ਵੀ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ, ਜਿਸ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼੍ਰੀ ਰਾਮਚੰਦਰ ਜੀ ਦੇ ਪੁੱਤਰ ਲਵ ਦੇ ਵੰਸ਼ ਵਿੱਚੋਂ ਦੱਸਿਆ ਗਿਆ ਅਤੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਰਾਮਚੰਦਰ ਜੀ ਦੇ ਬੇਟੇ ਕੁਸ਼ ਦੇ ਵੰਸ਼ ਵਿੱਚੋਂ ਕਿਹਾ ਗਿਆ, ਜਿਸ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। गुरु गोविंद सिंह जी मर्यादा कृष्ण रामचंद्र जी जो बड़े लव थे, उनके वंशज है गुरु गोविंद सिंह जी, और उनके वंशज है गुरु नानक देव जी बेदी थे, और सोडी तो हमारे मर्यादा रामचंद्र जी के जो जन्मभूमि है वहाँ का जो भूमि पूजन हो रहा है और वहाँ का नींव रखा जा रहा है। भव्य मंदिर जो कि पूरी दुनिया में हिंदुस्तान की एक अलग शान होगी, शोभा होगी। जैसे हिंदुस्तान पहले विश्व गुरु रहा, मोदी जी उसी को लगे हुए हैं कि फिर हिंदुस्तान को विश्व गुरु के रूप में उसको स्थापित करना है। उसके लिए जो भगवान रामचंद्र जी का ये जो भव्य मंदिर बनेगा, ये पूरी दुनिया में एक अलौकिक। ਉੱਥੇ ਹੀ ਅੱਜ ਅੰਮ੍ਰਿਤਸਰ ਪੁੱਜੇ ਭਾਈ ਦਵਿੰਦਰ ਸਿੰਘ ਸੰਤ ਸਿਪਾਹੀ ਗਰੁੱਪ ਲੁਧਿਆਣਾ ਵਾਲਿਆਂ ਨੇ ਇਹਨਾਂ ਬਿਆਨਾਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਜਥੇਦਾਰਾਂ ਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਇਸ ਤੋਂ ਇਲਾਵਾ ਉਹਨਾਂ ਨੇ ਕੀ ਕਿਹਾ, ਤੁਸੀਂ ਖੁਦ ਵੀ ਸੁਣੋ। ਵੀਰ ਜੀ, ਸਭ ਤੋਂ ਪਹਿਲਾਂ ਤੇ ਅੱਜ ਜਿਹੜਾ ਦੇਣਾ ਮੈਂ ਸਮਝਦਾ ਵਾਂ ਕਿ ਹਿੰਦੂ ਭਰਾਵਾਂ ਵਾਸਤੇ ਬੜਾ ਅੱਜ ਵੱਡਾ ਦਿਨ ਮੰਨਿਆ ਜਾ ਰਿਹਾ। ਪੂਰੇ ਹੀ ਦੇਸ਼ ਜਿਹੜਾ ਵਾ ਉਹ ਰਾਮ ਮੰਦਿਰ ਦੀਆਂ ਜਿਹੜੀਆਂ ਖੁਸ਼ੀਆਂ ਮਨਾ ਰਿਹਾ ਵਾ, ਤੇ ਹਰ ਇੱਕ ਨੂੰ ਅਧਿਕਾਰ ਆ ਆਪਣੇ ਧਰਮ ਦੇ ਧਾਰਮਿਕ ਸਥਾਨ ਬਣਾਉਣ ਦਾ। ਵਧਾਈ ਦੇ ਪਾਤਰ ਨੇ ਸਾਰਾ ਹਿੰਦੂ ਵੀਰ ਸਾਡੇ ਸਾਰੇ। ਤੇ ਬਾਕੀ ਰਹੀ ਗੱਲ ਇਹ ਆ ਕਿ ਵੀਰ ਜੀ ਜਿੱਥੇ ਉਹਨਾਂ ਨੂੰ ਮੁਬਾਰਕ ਆ ਆਪਣੇ ਧਰਮ ਸਥਾਨ ਬਣਾਉਣ ਦਾ, ਤੇ ਸਾਡੇ ਵੀ ਕੁਝ ਸਿੱਖ ਹੋਣ ਦੇ ਫਰਜ਼ ਆ। ਅਸੀਂ ਭਰਾ ਬੰਧੂ ਤੌਰ 'ਤੇ ਇੱਕ ਦੂਜੇ ਦੀਆਂ ਖੁਸ਼ੀਆਂ ਗਮੀਆਂ ਦੇ ਵਿੱਚ ਸ਼ਰੀਕ ਹੋ ਸਕਦੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਆ ਕਿ ਜਿਹੜੀਆਂ ਸਾਡੀਆਂ ਮਰਿਆਦਾ ਵਾ ਉਹਨਾਂ ਨੂੰ ਅਸੀਂ ਢਾਹ ਢੇਰੀ ਕਰੀਏ। ਸ਼ਰਮਸਾਰ ਘਟਨਾ ਜਿਹੜੀ ਆ ਉਸ ਮੈਂ ਸਮਝਦਾ ਵਾਂ ਪ੍ਰਧਾਨ ਨੇ ਕੀਤੀ ਆ, ਤੇ ਬੇੜਾ ਗਰਕ ਕੀਤਾ ਹੋਇਆ ਇਹਨਾਂ ਪ੍ਰਧਾਨਾਂ ਨੇ, ਅਨਪੜ੍ਹ ਲੋਕਾਂ ਨੇ, ਜਿਨ੍ਹਾਂ ਨੇ ਸਿਰਫ ਤੇ ਸਿਰਫ, ਮੈਂ ਇੱਕ ਗੱਲ ਕਹਿਣਾ ਹੁੰਦਾ ਵਾਂ ਕਿ ਇਹਨਾਂ ਲੋਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਜਾਂਦੀਆਂ ਨੇ, ਪਰ ਕਰਤੂਤਾਂ ਕਾਲੀਆਂ ਦੀਆਂ ਕਾਲੀਆਂ ਰਹਿੰਦੀਆਂ ਨੇ। ਅਨਪੜ੍ਹ ਲੋਕਾਂ ਨੂੰ ਤੁਸੀਂ ਗੁਰਦੁਆਰਿਆਂ ਦੇ ਪ੍ਰਧਾਨ ਬਣਾ ਦਿੰਦੇ ਹੋ। ਜਿਨ੍ਹਾਂ ਲੋਕਾਂ ਨੂੰ ਮੈਂ ਕਹਿੰਦਾ ਰੇਹੜੀ ਤੇ ਕੇਲੇ ਵੇਚਣ ਦੀ ਜਿਨ੍ਹਾਂ ਦੀ ਔਕਾਤ ਨਹੀਂ ਆ, ਉਹਨੂੰ ਚੁੱਕ ਕੇ ਤੁਸੀਂ ਦਾੜਾ ਵੇਖ ਕੇ, ਚਿੱਟੇ ਉਹਦੇ ਕੇਸ ਵੇਖ ਕੇ, ਸਿਰ ਤੇ ਪਗੜੀ ਵੇਖ ਲੈਂਦੇ ਹੋ। ਉਹਨੂੰ ਇਹ ਨਹੀਂ ਪਤਾ ਵੀ ਉਹਨੂੰ ਮਰਿਆਦਾ ਦਾ ਪਤਾ ਵਾ ਕਿ ਨਹੀਂ ਪਤਾ, ਨਿਤਨੇਮ ਦੀਆਂ ਨੂੰ ਬਾਣੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ, ਗੁਰੂ ਦੇ ਸਿਧਾਂਤਾਂ ਦਾ ਨੂੰ ਪਤਾ ਵਾ, ਮਰਿਆਦਾ ਦਾ ਪਤਾ ਵਾ, ਖੰਡੜੇ ਦਾ ਪਤਾ, ਕੁਛ ਨਹੀਂ ਕਿਸੇ ਨੂੰ ਪਤਾ। ਸਿਰਫ ਤੇ ਸਿਰਫ ਤੁਸੀਂ ਲੰਮਾ ਦਾੜਾ ਦੇਖਦੇ ਹੋ, ਇੱਕ ਪਗੜੀ ਦੇਖਦੇ ਹੋ, ਤੇ ਵੇਖਦੇ ਹੋ ਕਿ ਇਹ ਮਹੱਲੇ ਦੇ ਵਿੱਚ ਇੱਕ ਚੰਗਾ ਰਸੂਖਦਾਰ ਬੰਦਾ ਵਾ, ਵਿਹਲਾ ਬੰਦਾ ਵਾ, ਤੇ ਇਹਨੂੰ ਚੁੱਪ ਕਰਕੇ ਗੁਰਦੁਆਰੇ ਦੀ ਪ੍ਰਧਾਨਗੀ ਦੇ ਦਈਏ। ਪਰ ਮੈਂ ਸਮਝਦਾ ਵਾਂ ਕਿ ਇਹ ਬੇੜਾ ਗਰਕ ਸਿਰਫ ਤੇ ਸਿਰਫ ਅਸੀਂ ਲੋਕਾਂ ਨੇ ਕੀਤਾ ਹੋਇਆ ਵਾ। ਸਾਨੂੰ ਚਾਹੀਦਾ ਵਾ ਕਿ ਉਮਰ ਦਾ ਤਕਾਜ਼ਾ ਨਾ ਵੇਖੋ ਤੁਸੀਂ, ਚਾਹੇ ਕੋਈ ਉਮਰ 'ਚ ਛੋਟਾ ਵਾ, ਚਾਹੇ ਕੋਈ ਵੱਡਾ ਵਾ, ਪੜ੍ਹੇ ਲਿਖੇ ਸੂਝਵਾਨ ਨੌਜਵਾਨ ਰਾਜਨੀਤੀ 'ਚ ਅੱਗੇ ਆਉਣ, ਧਾਰਮਿਕ ਅਦਾਰਿਆਂ ਵਿੱਚ ਅੱਗੇ ਆਉਣ। ਕਮ ਸੇ ਕਮ ਜਿਹੜੇ ਫੈਸਲੇ ਨੇ ਉਹ ਸੂਝ ਬੂਝ ਦੇ ਨਾਲ
ਦ੍ਰਿੜਤਾ ਦੇ ਨਾਲ ਕੌਮ ਦੇ ਹੱਕ ਦੇ ਵਿੱਚ ਕਰਨ। ਪਹਿਲਾ ਬਿਆਨ ਉੱਥੇ ਨਰਿੰਦਰ ਮੋਦੀ ਜੀ ਨੇ ਸਾਡੇ PM ਸਾਹਿਬ ਨੇ ਦਿੱਤਾ ਵਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਵਾ ਗੋਬਿੰਦ ਰਮਾਇਣ ਲਿਖੀ ਆ। ਉਹ ਮੋਦੀ ਸਾਹਿਬ ਕਿਹੜੀ ਰਮਾਇਣ ਲਿਖੀ ਆ, ਪਹਿਲਾਂ ਮੈਨੂੰ ਗੱਲ ਦਾ ਜਵਾਬ ਦਿਓ। ਤੁਹਾਨੂੰ ਮੈਂ ਇੱਕ ਦਿਨ ਪਹਿਲਾਂ ਵੀ ਇੱਕ ਬੇਨਤੀ ਕੀਤੀ ਸੀ ਕਿ ਮੋਦੀ ਸਾਹਿਬ ਜਿਹੜੇ ਅੱਜ ਤੁਸੀਂ ਤਖਤ ਤੇ ਬੈਠੇ ਹੋ, ਉਹ ਤਖਤ ਤੇ ਕਦੇ ਔਰੰਗਜ਼ੇਬ ਵੀ ਬੈਠਾ ਸੀ ਜਿਹਨੇ ਸਿੱਖ ਕੌਮ ਨਾਲ ਮੱਥਾ ਲਾਇਆ ਸੀ, ਤੇ ਅੱਜ ਉਹਦੀ ਕਬਰ ਦੇ ਉੱਤੇ ਤੇਲ ਪਾਉਣ ਵਾਲਾ ਕੋਈ ਹੈ ਨਹੀਂ ਆ। ਤੇ ਮੈਂ ਸਮਝਦਾ ਵਾਂ ਜੇ ਤੁਹਾਨੂੰ ਪਰਮਾਤਮਾ ਨੇ ਮਤ ਬੁੱਧੀ ਬਖਸ਼ੀ ਹੋਈ ਆ, ਜੇ ਤੁਹਾਨੂੰ ਇਹ ਨਿਆਮਤ ਬਖਸ਼ੀ ਹੋਈ ਆ, ਇਹ ਕੁਰਸੀ ਤੱਕ ਦੀ ਤੁਹਾਨੂੰ ਤਾਕਤ ਬਖਸ਼ੀ ਹੋਈ ਆ, ਤੇ ਇਸ ਦੇਸ਼ ਕੌਮ ਦੇ ਜਿਹੜੇ ਅਲੱਗ-ਅਲੱਗ ਧਰਮ ਦੇ ਵਾਸੀ ਨਾ, ਉਹਨਾਂ ਦੀਆਂ ਜਿਹੜੀਆਂ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹ ਫੈਸਲੇ ਕਰੋ ਕਿ ਆਉਣ ਵਾਲੀਆਂ ਨਸਲਾਂ ਨਰਿੰਦਰ ਮੋਦੀ ਨੂੰ ਯਾਦ ਰੱਖਣ। ਕਿਤੇ ਇਹ ਨਾ ਹੋਵੇ ਕਿ ਜਿੱਦਾਂ ਆਉਣ ਵਾਲੇ ਸਮੇਂ ਜਿੱਦਾਂ ਔਰੰਗਜ਼ੇਬ ਦੀ ਕਬਰ ਤੇ ਅੱਜ ਤੇਲ ਪਾਉਣ ਵਾਲਾ ਕੋਈ ਨਹੀਂ ਹੈਗਾ, ਕੱਲ੍ਹ ਨੂੰ ਤੁਸੀਂ ਇਹੋ ਜਿਹੇ ਛੇੜਛਾੜ ਕਰੋ, ਤੁਸੀਂ ਲੋਕਾਂ ਦੇ ਧਰਮਾਂ ਦੇ ਨਾਲ ਆਹਤ ਕਰੋ, ਤੇ ਆਉਣ ਵਾਲੀ ਨਸਲਾਂ ਕਦੇ ਤੁਹਾਡੀ ਵੀ ਕਬਰ ਤੇ ਤੇਲ ਪਾਉਣ ਵਾਲਾ ਕੋਈ ਨਾ ਟੱਕਰੇ। ਦੂਜੀ ਗੱਲ, ਸਾਡੇ ਕੌਮ ਦੇ ਕੁਝ ਗਦਾਰ ਲੀਡਰ ਜਿਨ੍ਹਾਂ ਵਿੱਚੋਂ ਮੈਂ ਉਹਨੂੰ ਨਾ ਤੇ ਜਥੇਦਾਰ ਕਹਿ ਕੇ ਸੰਬੋਧਨ ਕਰਾਂਗਾ, ਨਾ ਮੈਂ ਉਹਨੂੰ ਕੋਈ ਸਿੰਘ ਸਾਹਿਬ ਕਹਿ ਕੇ ਸੰਬੋਧਨ ਕਰਾਂਗਾ। ਇਕਬਾਲ ਸਿੰਘ ਜਿਹਨੇ ਐਡਾ ਵੱਡਾ ਖੰਡਾ ਲਾਇਆ ਹੁੰਦਾ ਇੱਥੇ, ਤੇ ਮੈਂ ਕਹਿੰਦਾ ਉਹ ਗਿਆਨੀ ਨਹੀਂ ਅਗਿਆਨੀ ਆ, ਜਿਹਨੇ ਉੱਥੇ ਜਾ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਵ ਕੁਸ਼ ਦੀ ਜਿਹੜੀ ਆ ਉਹ ਅੰਸ਼ ਦੇ ਵਿੱਚੋਂ ਕਿਹਾ ਗਿਆ ਵਾ। ਇਹਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਤੇਰੀ ਅਕਲ ਤੇ ਜਿਹੜਾ ਨਾ ਪਰਦਾ ਪੈ ਚੁੱਕਾ ਵਾ, ਤੂੰ ਬਗਾਨੇ ਬੰਦਿਆਂ ਦੇ ਕੁਰਸੀ ਦੇ ਉੱਤੇ ਬਹਿ ਕੇ ਤੂੰ ਆਪਣੇ ਅੱਜ ਤੂੰ ਯਾਦ ਕਰਵਾ ਦਿੱਤਾ। ਇਕਬਾਲ ਸਿੰਘ ਅੱਜ ਤੂੰ ਯਾਦ ਕਰਵਾ ਦਿੱਤਾ ਵਾ ਕਿ ਕਦੇ ਰਾਮ ਰਾਏ ਜੀ ਵੀ ਉਹ ਦਿੱਲੀ ਦੀ ਧਰਤੀ ਤੇ ਗਏ ਸੀ, ਤੇ ਉਹਨਾਂ ਨੇ ਗੁਰਬਾਣੀ ਦੇ ਜਿਹੜੀਆਂ ਤੁਕਾਂ ਦੇ ਨਾਲ ਛੇੜਛਾੜ ਕੀਤੀ ਸੀ, ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਕਿ ਜਿੱਧਰ ਤੇਰਾ ਮੂੰਹ ਆਣਾ ਉੱਧਰ ਚਲੇ ਜਾ, ਆਪਣੇ ਜਿਗਰ ਦੇ ਟੋਟੇ ਨੂੰ ਨਹੀਂ ਤੱਕ ਨਹੀਂ ਬਖਸ਼ਿਆ। ਤੇ ਤੁਸੀਂ ਲੋਕ ਉਹ ਚਾਰ ਛਿੱਲੜਾਂ ਦੇ ਕਰਕੇ ਵਿਕ ਜਾਂਦੇ ਹੋ, ਤੁਹਾਨੂੰ ਲੱਗਦਾ ਕਿ ਤੇ ਪ੍ਰਮਾਤਮਾ ਤੁਹਾਨੂੰ ਮਾਫ ਕਰ ਦੇਗਾ। ਮੈਂ ਬੇਨਤੀ ਕਰਦਾ ਵਾਂ ਜਥੇਦਾਰ ਸਾਹਿਬ ਅਕਾਲ ਤਖਤ ਨੂੰ ਕਿ ਜਥੇਦਾਰ ਸਾਹਿਬ ਇਹਨਾਂ ਨੂੰ ਅਕਾਲ ਤਖਤ ਸਾਹਿਬ ਬੁਲਾ ਕੇ ਪੰਥ ਦੇ ਵਿੱਚੋਂ ਛੇਕਿਆ ਜਾਵੇ, ਤੇ ਜਿੱਥੇ ਵੀ ਕਿਤੇ ਇਹਨਾਂ ਨੂੰ ਕਿਤੇ ਕਿਸੇ ਵੀ ਧਰਮ ਦੇ ਵਿੱਚ ਕਿਤੇ ਬੁਲਾਇਆ ਨਾ ਜਾਏ। ਜੇ ਕਿਤੇ ਸਾਡੇ ਹੁੰਦੇ ਆਇਆ ਤੂੰ ਅੰਮ੍ਰਿਤਸਰ ਦੇ ਧਰਤੀ ਤੇ ਮਿੱਤਰਾ ਆਇਆ, ਆਪਾਂ ਤੇਰੇ ਪੂਰੇ ਸੁਸਾਇਟੀ ਸੰਤ ਸਿਪਾਹੀ ਤੇ ਹੋਰ ਸਿੱਖ ਜਥੇਬੰਦੀਆਂ ਨਾਲ ਲੈ ਕੇ ਤੇਰਾ ਵਿਰੋਧ ਕਰਾਂਗੇ ਤੇਰਾ। ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਕਿ ਜੇ ਤੈਨੂੰ ਚੌਰਿਆ ਇੰਨਾ ਹੀ ਸ਼ੌਂਕ ਹੈ ਤੈਨੂੰ ਛੈਣੇ ਵਜਾਉਣ ਦਾ, ਤੇ ਸਿਰ ਤੋਂ ਪੱਗ ਲਾ ਦੇ, ਠੀਕ ਆ, ਆ ਕਟਵਾ ਦੇ ਮੇਰੇ ਵੀਰੇ, ਦਾੜੀ ਤੂੰ ਕਟਵਾ ਦੇ, ਤੇ ਤੂੰ ਚੁੱਪ ਕਰਕੇ ਹਿੰਦੂ ਭਰਾਵਾਂ ਦੇ ਨਾਲ ਰਲ ਜਾ, ਮੰਦਰ ਦਾ ਕਿਤੇ ਪੁਜਾਰੀ ਬਣ ਜਾ, ਸਾਨੂੰ ਕੀ ਇਤਰਾਜ਼ ਆ, ਠੀਕ ਆ, ਤੂੰ ਬਣ ਜਾ, ਕੋਈ ਚੱਕਰ ਨਹੀਂ, ਵਜਾ ਢੋਲਕੀਆਂ ਛੈਣੇ ਖੜਕਾ ਜੋ ਮਰਜ਼ੀ ਕਰ, ਸਾਨੂੰ ਕੋਈ ਮਤਲਬ ਨਹੀਂ ਆ। ਪਰ ਜੇ ਤੈਨੂੰ ਗੁਰਦੁਆਰੇ ਦੀ ਸੰਗਤ ਨੇ ਪ੍ਰਧਾਨ ਬਣਾਇਆ ਵਾ, ਮੁਬਾਰਕ ਆ ਹਰੇਕ ਦੀ ਖੁਸ਼ੀ ਗਮੀ ਦੇ ਵਿੱਚ ਸ਼ਰੀਕ ਹੋਣ ਦਾ, ਪਰ ਇਹਦਾ ਮਤਲਬ ਇਹ ਨਹੀਂ ਆ ਕਿ ਤੂੰ ਸਿੱਖਾਂ ਦੇ ਮਨਾਂ ਨੂੰ, ਆਮ ਜਨਤਾ ਦੇ ਮਨਾਂ ਨੂੰ ਠੇਸ ਪਹੁੰਚਾਵੇਂ। ਬਹੁਤ ਸ਼ਰਮਨਾਕ ਕਰਤੂਤ ਆ। ਮੈਂ ਸਮਝਦਾ ਇਹੋ ਜਿਹੇ ਬੰਦੇ ਨੂੰ ਅਕਾਲ ਤਖਤ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਵਾਂ ਕਿ ਇਹੋ ਜਿਹੇ ਬੰਦਿਆਂ ਨੂੰ ਅਕਾਲ ਤਖਤ ਬੁਲਾ ਕੇ ਮੈਂ ਕਹਿੰਦਾ ਨੇ ਕੋੜੇ ਮਾਰੋ ਕਰ, ਇਹਨਾਂ ਨੂੰ ਤਲਬ ਕਰੋ, ਇਹੋ ਜਿਹੇ ਬੰਦਿਆਂ ਨੂੰ, ਇਹਨਾਂ ਨੂੰ ਮੈਂ ਕਹਿੰਦਾ ਕਿ ਸਿੱਖੀ ਦੇ ਵਿੱਚੋਂ ਬਾਹਰ ਕੱਢੋ ਇਹਨਾਂ ਨੂੰ। ਵੀਰ ਜੀ ਇਹ ਦੱਸਦੇ ਪਏ ਨੇ ਕਿ ਕੋਈ ਨੀਤੂ ਸਿੰਘ ਤਾਂ ਮੈਨੂੰ ਕਵਾਂਗਾ ਹੀ ਨਹੀਂ, ਸਿੰਘ ਤਾਂ ਮੈਨੂੰ ਕਵਾਂਗਾ ਕੋਈ ਨੀਤੂ ਨਾਂ ਦਾ ਬੰਦਾ ਵਾ ਜਿਹੜਾ ਅਖੌਤੀ ਸਿੱਖ ਬਣਿਆ ਹੋਇਆ ਵਾ, ਤੇ ਜਿਹੜਾ ਰਾਮ ਸ਼ਬਦ ਦਾ ਸ਼ਬਦ ਜਿਹੜਾ ਵਾ ਉਹਨੂੰ ਗੁਰਬਾਣੀ ਦੇ ਵਿੱਚ ਹਮੇਸ਼ਾ ਨਿਰੰਕਾਰ ਨਾਲ ਜੋੜਿਆ ਹੋਇਆ ਵਾ, ਅਕਾਲ ਪੁਰਖ ਨਾਲ ਜੋੜਿਆ ਹੋਇਆ ਵਾ, ਤੇ ਇਹਨੂੰ ਜਿਹੜਾ ਆਪਣੇ ਹਿੱਤਾਂ ਵਾਸਤੇ ਵਰਸਣ ਡਿਆ ਵਾ, ਗੁਰਬਾਣੀ ਨੂੰ ਤੋੜ ਮਰੋੜ ਕੇ ਸੰਗਤ ਸਾਹਮਣੇ ਪੇਸ਼ ਕਰਨ ਡਿਆ ਵਾ। ਤੇ ਇਹਨਾਂ ਲੋਕਾਂ ਨੂੰ ਮੈਂ ਦੱਸ ਦਿਆਂ ਕਿ ਤੁਸੀਂ ਇੱਕ ਮੱਸੇ ਰੰਗੜ ਦੀ ਔਲਾਦ ਹੋ, ਗੁਰੂ ਦੇ ਸਿੱਖ ਨਹੀਂ ਹੋ ਤੁਸੀਂ। ਤੇ ਜਦੋਂ ਵੀ ਤੁਸੀਂ ਇਦਾਂ ਮੱਸੇ ਰੰਗੜ ਦੀ ਔਲਾਦ ਆਪਣੇ ਆਪ ਨੂੰ ਸਾਬਤ ਕਰੋਗੇ, ਕਿਤੇ ਨਾ ਕਿਤੇ ਸਿੱਖ ਕੌਮ ਦੇ ਵਿੱਚੋਂ ਸੁੱਖਾ ਸਿੰਘ, ਮਹਿਤਾਬ ਸਿੰਘ ਜ਼ਰੂਰ ਨਿਕਲਣਗੇ ਤੇ ਤੁਹਾਡੇ ਸਿਰ ਕਲਮ ਕਰਨਗੇ ਤੁਹਾਡੇ ਸਿਰ। ਮੈਂ ਜਥੇਦਾਰ ਸਾਹਿਬ ਨੂੰ ਤੇ ਅਪੀਲ ਜਿਹੜੀ ਕਰਨੀ ਆ ਕਿ ਇਹੋ ਜਿਹੇ ਬੰਦਿਆਂ ਨੂੰ ਤਲਬ ਕੀਤਾ ਜਾਵੇ, ਠੀਕ ਆ ਨਾ ਜੀ। ਇਹਨਾਂ ਨੂੰ ਸਿੱਖੀ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈਗਾ, ਠੀਕ ਆ। ਤੇ ਉੱਥੋਂ ਦੀ ਜਿਹੜੀ ਕਾਨਪੁਰ ਦੀ ਸੰਗਤ ਆ, ਮੈਂ ਤੇ ਕਹਿੰਦਾ ਇਹੋ ਜਿਹੇ ਬੰਦੇ ਨੂੰ ਫੜ ਕੇ ਨਾ ਇਹਦਾ ਮੂੰਹ ਕਾਲਾ ਕਰੋ, ਇਹਨਾਂ ਨੂੰ ਛਤਰੌਲ, ਮੈਂ ਕਹਿੰਦਾ ਤਰੀਕੇ ਨਾਲ ਪੁਰਾਣਾ ਜਿਹੜਾ ਨਾ, ਕਿਉਂਕਿ ਇਹ ਲੋਕੀ ਨਹੀਂ ਪਿਆਰ ਦੀ ਭਾਸ਼ਾ ਮੰਨਦੇ। ਛਤਰੌਲ ਜਿਹੜੀ ਆ ਉਹ ਮੱਚ ਬੈਠ ਰਿਹਾ, ਜਿਹੜਾ ਪੁਰਾਣਾ ਸਿੰਘਾਂ ਵਾਲਾ ਸੋਧਾ ਵਾ ਨਾ, ਜਦ ਤੱਕ ਇਹਨਾਂ ਲੋਕਾਂ ਦੇ ਨਾਂ ਲੱਗੇ ਤਦ ਤੱਕ ਇਹਨਾਂ ਲੋਕਾਂ ਨੂੰ ਨਹੀਂ ਪਤਾ ਲੱਗਦਾ। ਜਥੇਦਾਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇਹ ਨਿੱਕੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਸਾਡੀਆਂ ਕੌਮ ਦੇ ਹਮੇਸ਼ਾ ਨਿੱਕੇ ਕਿਤੇ ਨਾ ਕਿਤੇ ਚੁੰਡੀ ਵੱਢਦੇ ਆ, ਤੇ ਅਸੀਂ ਕਲਪਦੇ ਆ, ਕੁਝ ਕਰ ਨਹੀਂ ਸਕਦੇ। ਤੁਹਾਨੂੰ ਗੁਰੂ ਸਾਹਿਬ ਨੇ ਬੜੀ ਵਧੀਆ ਤਰੀਕੇ ਨਾਲ ਸੇਵਾ ਸੂਝ ਬਖਸ਼ੀ ਹੋਈ ਆ, ਤਰੀਕੇ ਦੇ ਨਾਲ ਇਹੋ ਜਿਹੀਆਂ ਨਿੱਕੀਆਂ ਜਿਹੜੀਆਂ ਕੌਮ ਦੇ ਵਿੱਚ ਤਰਾਸਦੀਆਂ ਹੋ ਰਹੀਆਂ ਨੇ ਜਾਂ ਛੇੜਖਾਨੀਆਂ ਹੋ ਰਹੀਆਂ ਨੇ, ਇਹਨਾਂ ਨੂੰ ਕਿਤੇ ਲਾਈਟਲੀ ਨਾ ਲਿਆ ਕਰੋ। ਅੱਗੇ ਹੋ ਕੇ ਸੰਗਤ ਤੁਹਾਡਾ ਸਾਥ ਦਿੰਦੀ ਰਹੇਗੀ। ਤਗੜੇ ਹੋ ਕੇ ਜੱਸਾ ਸਿੰਘ ਆਹਲੂਵਾਲੀਆ ਵਰਗਾ ਜਿਹੜਾ ਰੋਲ ਆ ਉਹਨੂੰ ਅਦਾ ਕਰੋ, ਤੇ ਜਿੰਨੇ ਵੀ ਫੈਸਲੇ ਕੌਮ ਦੇ ਹੱਕ ਦੇ ਵਿੱਚ ਕਰੋ, ਤਾਂ ਜੋ ਤੁਹਾਨੂੰ
ਅਸੀਂ ਕੌਮ ਜਿਹੜੀ ਆ ਉਹ ਆਪਣੇ ਅੱਖਾਂ ਤੇ ਚੱਕ ਸਕੇ। ਵੀਰ ਜੀ, ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ ਕਿ ਜਦੋਂ ਵੀ ਇਸ ਧਰਤੀ ਦੇ ਉੱਤੇ ਹਰੇਕ ਤਰ੍ਹਾਂ ਦੇ ਅਸੀਂ ਸਾਰੇ ਇਕੱਠੇ ਇੱਕ ਮੈਂ ਕਹਾਂ ਕਿ ਫੁੱਲਾਂ ਵਾਂਗੂ ਆ, ਸਾਰੇ ਧਰਮ ਇੱਕ ਫੁੱਲ ਵਾਂਗੂ ਬਗੀਚੇ ਵਾਂਗ ਆ, ਤੇ ਬਗੀਚਾ ਤਾਂ ਹੀ ਸੋਹਣਾ ਲੱਗਦਾ ਵਾ ਜੇ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਹੋਣਗੇ। ਤੇ ਅੱਜ ਇਸ ਸੰਸਾਰ ਦੀ ਇੱਕ ਮੈਂ ਕਹਿੰਦਾ ਹਿੰਦੂ ਕੌਮ ਇੱਕ ਫੁੱਲ ਆ, ਤੇ ਅਸੀਂ ਸਾਰੇ ਇੱਕ ਗੁਲਦਸਤੇ ਦੇ ਇੱਕ ਹੈਗੇ ਆ ਫੁੱਲ ਆ। ਤੇ ਮੈਂ ਪਹਿਲਾਂ ਤੁਹਾਨੂੰ ਬੇਨਤੀ ਕੀਤੀ ਆ ਕਿ ਸਾਨੂੰ ਬਹੁਤ ਖੁਸ਼ੀ ਆ ਕਿ ਜਿਹੜੇ ਇਹਨਾਂ ਦਾ ਆਪਣੇ ਧਰਮ ਦੇ ਵਿੱਚ ਹਰ ਇੱਕ ਨੂੰ ਹੱਕ ਹੈਗਾ ਵਾ ਆਪਣੇ ਗੁਰਦੁਆਰੇ, ਮੰਦਿਰ, ਮਸਜਿਦ ਬਣਾਉਣ ਦਾ, ਤੇ ਮੁਬਾਰਕ ਹੈ, ਇੱਕ ਦੂਜੇ ਕੋਲ ਜਾਣਾ ਵੀ ਚਾਹੀਦਾ। ਪਰ ਇਹਦਾ ਮਤਲਬ ਇਹ ਨਹੀਂ ਕਿ ਆਪਣੇ ਧਰਮ ਦੀਆਂ ਮਰਿਆਦਾ ਨੂੰ ਛਿੱਕੇ ਟੰਗ ਜੀਏ। ਅੱਜ ਜਿਹੜਾ ਉਹ ਸਾਡੇ ਪਟਨੇ ਦਾ ਅਖੌਤੀ ਜਹੇਦਾਰ ਹੈ ਜਿਹੜਾ, ਠੀਕ ਹੈ ਨਾ, ਮੈਂ ਉਹਨੂੰ ਕੋਈ ਸਿੰਘ ਸਾਹਿਬ ਨਹੀਂ ਲਾਉਂਗਾ, ਕੋਈ ਉਹਦੇ ਨਾਲ ਸਿੰਘ ਨਹੀਂ ਲਾਉਂਗਾ, ਕਿਉਂਕਿ ਉਹਨੇ ਸਿੰਘਾਂ ਵਾਲੀ ਕਰਤੂਤ ਕੀਤੀ ਨਹੀਂ। ਕਿਉਂਕਿ ਇੱਕ ਇਤਿਹਾਸ ਆ ਕਿ ਜਦੋਂ ਗੁਰੂ ਸਾਹਿਬ ਨੇ ਆਪਣੇ ਪੁੱਤਰ ਰਾਮ ਰਾਏ ਜੀ ਨੂੰ ਦਿੱਲੀ ਦੇ ਵਿੱਚ ਭੇਜਿਆ ਸੀ ਨਾ, ਤੇ ਉਹਨਾਂ ਨੇ ਵੀ ਇਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਣ ਕੇ ਉਸ ਵੇਲੇ ਗੁਰਬਾਣੀ ਦੀ ਇੱਕ ਤੁਕ ਨੂੰ ਛੇੜਛਾੜ ਕੀਤੀ ਸੀ। ਤੇ ਜਦੋਂ ਉਹਨਾਂ ਨੇ ਮਿੱਟੀ ਮੁਸਲਮਾਨ ਕੀ ਦੀ ਮਤਲਬ ਬਜਾਏ ਉਹਨਾਂ ਨੇ ਬੇਈਮਾਨ ਕੀ ਕਹਿ ਦਿੱਤਾ ਸੀ, ਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਉਹ ਜਿੱਥੇ ਵੀ ਹੈਗਾ ਨਾ, ਜਿੱਧਰ ਨੂੰ ਤੇਰਾ ਮੂੰਹ ਆ ਤੂੰ ਉੱਧਰ ਨੂੰ ਅੱਗ ਜਾ, ਸਾਡੇ ਮੱਥੇ ਨਾ ਲੱਗੀ। ਤੇ ਇੱਕ ਗੱਲ ਦੱਸੋ ਕਿ ਜਿਹੜਾ ਆਪਣੇ ਜਿਗਰ ਦੇ ਟੋਟੇ ਨੂੰ ਕਹਿੰਦਾ ਕਿ ਮੇਰੇ ਮੱਥੇ ਨਾ ਲੱਗਣ, ਜਿਹੜੇ ਗੁਰੂ ਸਾਹਿਬ ਕਹਿੰਦੇ ਨੇ ਕਿ ਮੇਰੇ ਮੱਥੇ ਨਾ ਲੱਗਣ, ਕੀ ਗੱਲ ਅੱਜ ਤੁਸੀਂ ਗੁਰਬਾਣੀ ਨੂੰ ਜਾਂ ਗੁਰੂ ਦੇ ਸਿਧਾਂਤਾਂ ਨੂੰ ਆਪਣੇ ਹਿੱਤਾਂ ਲਈ ਜਾਂ ਦੂਜਿਆਂ ਨੂੰ ਖੁਸ਼ ਕਰਨ ਦੇ ਵਾਸਤੇ ਤੁਸੀਂ ਵਰਤਦੇ ਹੋ, ਤਾਂ ਤੁਹਾਨੂੰ ਕੀ ਲੱਗਦਾ ਵਾ ਕਿ ਪ੍ਰਮਾਤਮਾ ਤੁਹਾਨੂੰ ਮਾਫ ਕਰੇਗਾ? ਮੈਂ ਅੱਜ ਬੜਾ ਆਪਣੇ ਆਪ ਨੂੰ ਨਾ ਲਾਚਾਰ ਜਿਹਾ ਮਹਿਸੂਸ ਕਰਨ ਡਿਆ ਵਾਂ। ਜੇ ਕਿਤੇ ਗੁਰੂ ਸਾਹਿਬ ਸਾਨੂੰ ਇੰਨੀ ਕਿਤੇ ਸਮੱਤ ਬਖਸ਼ਣ, ਸਾਨੂੰ ਕਿਤੇ ਇੰਨੀ ਕਿਤੇ ਬਖਸ਼ਿਆ ਹੁੰਦਾ ਕਿ ਸਾਡੇ ਕੋਲ ਰੁਤਬਾ ਕੋਈ, ਤੇ ਇਹਨੂੰ ਮੈਂ ਵੀ ਕਾਣਾ ਕਹਿ ਕੇ ਸੰਬੋਧਨ ਕਰਦਾ, ਠੀਕ ਹੈ ਨਾ। ਜੋ ਅੱਜ ਨੇ ਕਰਤੂਤ ਕੀਤੀ ਆ, ਇਹਨੇ ਸਿੱਖਾਂ ਵਾਲੀ ਕਰਤੂਤ ਨਹੀਂ ਕੀਤਾ ਹੁੰਦਾ। ਇਹਨੂੰ ਅਕਾਲ ਤਖਤ ਸਾਹਿਬ ਬੁਲਾਉਣ, ਇਹਨੂੰ ਜਹੇਦਾਰ ਸਾਹਿਬ ਨੂੰ ਬੇਨਤੀ ਆ ਕਿ ਇਹਨੂੰ ਜਿਹੜਾ ਵਾ ਪੰਥ ਦੇ ਵਿੱਚੋਂ ਛੇਕਿਆ ਜਾਵੇ। ਇਹਨੂੰ ਕੋਈ ਹੱਕ ਨਹੀਂ ਬਣਦਾ ਇਹਨੂੰ ਕਿਸੇ ਵੀ ਪੰਥ ਦੇ ਵਿੱਚ ਅੱਗੇ ਬਹਿ ਕੇ ਪੰਥਕ ਮੁੱਦਿਆਂ ਤੇ ਬੋਲਣ ਦਾ। ਜੇ ਕਦੇ ਵੀ ਸਾਡੀ ਹੋਸ਼ ਦੇ ਵਿੱਚ ਇਹ ਇਕਬਾਲ ਸਿੰਘ ਇੱਥੇ ਆਏਗਾ ਅੰਮ੍ਰਿਤਸਰ ਧਰਤੀ ਤੇ, ਸੰਤ ਸਿਪਾਹੀ ਸੇਵਾ ਸੁਸਾਇਟੀ ਤੇ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਡਟ ਕੇ ਵਿਰੋਧ ਕਰਨਗੇ। ਜ਼ਿਲ੍ਹਾ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਟਰੂ ਸਕੂਪ।